सो सतगुर माहे समाना एह बाणी जो जियो जाने तिस अंतर रवै हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै पर तख गुरु निस्तारै। बाणी बिरलो विचार सी जे को गुरमुख होए। एह बाणी महापुरख की निज घर वासा होए। बिलावल महला पंजवा दर्शन देखत दुख नसे। कबू ना हो वो दृष्ट अगोचर जी कै संग बसे। रहाओ प्रीतम प्राण आधार स्वामी पूर रहे। प्रभ अंतर जामी क्या गुण तेरे सार समारी। सास सास प्रभ तुझे चितारी। कृपा निध प्रभ दीन दयाला। जी जंत की करो प्रतिपाला। आठ पहर तेरा नाम जन जापे। नानक प्रीत लाई प्रभ आपे। आठ पहर तेरा नाम जन जापे। नानक प्रीत लाई प्रभ आपे। वाहिगुरु जी का खालसा वाहिगुरु जी की फतेह। इस पावन शब्द दी विचार
ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ, ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਕੱਲ੍ਹ 24 ਤਰੀਕ ਧਰਮ ਰੱਖਿਅਕ ਧਰਮ ਦੀ ਤੁਜਾ ਤਿਲਕ ਜੰਜੂ ਦੇ ਰਾਖੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੈ। ਕੱਲ੍ਹ 10 ਵਜੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਇਸ ਵਿੱਚ ਪਾਲਕੀ ਮਹਾਰਾਜ ਦੀ ਸਵਾਰੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਸਭ ਤੋਂ ਅੱਗੇ ਹੋਵੇਗਾ ਔਰ ਕੱਲ੍ਹ ਸ਼ਾਮੀ 5-6 ਵਜੇ ਤੱਕ ਇਹ ਨਗਰ ਕੀਰਤਨ ਗੁਰਦੁਆਰਾ ਰਕਾਬਗੰਜ ਸਾਹਿਬ ਪੁੱਜ ਜਾਏਗਾ। ਸੋ ਜਿਨ੍ਹਾਂ ਨੇ ਸ਼ਾਮਲ ਹੋਣਾ ਹੈ, ਹਾਜ਼ਰੀ ਭਰਨੀ ਹੈ, ਜਿਨ੍ਹਾਂ ਨੇ ਰਸਤੇ ਵਿੱਚ ਸੇਵਾ ਕਰਨੀ ਹੈ, ਉਹਨਾਂ ਦਾ ਧਿਆਨ ਜ਼ਰੂਰ ਦੇਣ। ਪਿਛਲਾ ਚੇਤਾ ਨਾ ਰੱਖਣ ਕਿ ਰਾਤ ਦੇ 2 ਵੱਜਣਗੇ। ਫਿਰ ਪਰਸੋਂ 25 ਤਰੀਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਆਓ ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋ ਡਰੈ ਜੇ ਪਾਪ ਕਮਾਵੰਦਾ, ਧਰਮੀ ਬਗਸੇਤ। ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਐ ਕੇਤ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਭਗਤ ਵਸ਼ਲ ਪਤਿਤ ਪਾਵਨ ਕਿਰਪਾ ਸਿੰਧ ਦੀਨ ਦਿਆਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਗੁਰੂ ਨਾਨਕ ਜੋਤ ਦੇ 8ਵੇਂ ਵਾਰਿਸ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ, ਜੋ ਆਪ ਸਤਿਗੁਰਾਂ ਦੇ ਹਜੂਰ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਬੜੀ ਹੀ ਸ਼ਿੱਦਤ ਦੇ ਨਾਲ, ਭਾਵਨਾ ਦੇ ਨਾਲ ਸਰਵਣ ਕਰਨ ਲਈ ਜਿਸ ਸਮੇਂ ਦੀ ਉਡੀਕ ਕਰਦੇ ਹੋ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਗੁਰ ਸ਼ਬਦ ਦੀ ਵਿਚਾਰ ਨਾਲ
ਸਾਰੇ ਸਾਂਝ ਪਾਉਣ ਦਾ ਯਤਨ ਕਰੀਏ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਤਿਲਕ ਜੰਨੂ ਦੇ ਰਾਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ 1675 ਈਸਵੀ ਨੂੰ ਹਿੰਦੂ ਕੌਮ ਦੀ ਪੱਤ ਨੂੰ ਬਚਾਉਣ ਵਾਸਤੇ ਮਜਲੂਮ ਦੀ ਰਾਖੀ ਕਰਦੇ ਹੋਏ ਆਪਣੇ ਸਿਰ ਧੜ ਦੀ ਬਾਜੀ ਲਾ ਦਿੱਤੀ ਅਤੇ ਉਹਨਾਂ ਦੇ ਅਨੰਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਜਿਨ੍ਹਾਂ ਨੂੰ ਸਤਿਗੁਰਾਂ ਦੇ ਸਨਮੁਖ ਚਾਂਦਨੀ ਚੌਂਕ ਵਿਖੇ ਸ਼ਰੇਆਮ ਸ਼ਹੀਦ ਕੀਤਾ ਗਿਆ। ਉਹ ਸ਼ਹੀਦੀ ਦਿਹਾੜਾ ਆਪ ਜੀ ਨੇ ਕੱਲ੍ਹ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਣਾ ਹੈ। ਆਪਾਂ ਰਲ ਮਿਲ ਕੇ ਸਤਿਗੁਰੂ ਜੀ ਦੇ ਪਰਉਪਕਾਰੀ ਜੀਵਨ ਦੀਆਂ ਕੁਝ ਪਰਉਪਕਾਰੀ ਝਲਕੀਆਂ ਅਤੇ ਨਾਲ ਹੀ ਪਾਵਨ ਗੁਰ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ। ਆਓ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਮਨ ਬਿਰਤੀਆਂ ਨੂੰ ਕਰੋ ਇਕਾਗਰ, ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਗੁਰ ਸ਼ਬਦ, ਜਿਸ ਦਾ ਮੂਲ ਪਾਠ ਹੁਣੇ ਹੀ ਆਪ ਜੀ ਨੇ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਉਹਨਾਂ ਦੇ ਮੁਖਾਰਬਿੰਦ ਤੋਂ ਸਰਵਣ ਕੀਤਾ ਹੈ। ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਮਲ ਹਿਰਦੇ ਵਿੱਚੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 826 ਤੇ ਬਿਲਾਵਲ ਰਾਗ ਅੰਦਰ ਸ਼ੋਭਨੀਕ ਹੈ। ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਹੀ ਸਤਿਗੁਰਾਂ ਨੇ ਰਹਾਉ ਤੇ ਕੇਂਦਰਿਤ ਕੀਤੀਆਂ ਨੇ। ਬਿਲਾਵਲ ਮਹੱਲਾ ਪੰਜਵਾਂ। ਦਰਸ਼ਨ ਦੇਖਤ ਦੋਖ ਨਸੇ, ਕਬਹੂ ਨਾ ਹੋਵਹੋ ਦ੍ਰਿਸ਼ਟ ਅਗੋਚਰ, ਜੀ ਕੈ ਸੰਗ ਬਸੇ ਰਹਾਉ। ਜਿਹਦਾ ਭਾਵ ਅਰਥ ਹੈ ਕਿ ਪ੍ਰਭੂ ਦੇ ਦਰਸ਼ਨ ਕਰਨ ਦੇ ਨਾਲ ਜੀਵਨ ਦੇ ਵਿੱਚੋਂ ਜਿਹੜੇ ਵਿਕਾਰ ਨੇ, ਜਿਹੜੇ ਕਿਲ ਵਿਖ ਦੋਖ ਨੇ, ਉਹ ਦੂਰ ਹੋ ਜਾਂਦੇ ਹਨ। ਮਨੁੱਖ ਦੇ ਕਈ ਤਰ੍ਹਾਂ ਦੇ ਗੁਨਾਹ, ਕਈ ਤਰ੍ਹਾਂ ਦੇ ਐਬ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਜਦੋਂ ਪ੍ਰਭੂ ਦੇ ਇਹ ਦਰਸ਼ਨ ਕਰ ਲਵੇ। ਸਤਿਗੁਰੂ ਜੀ ਇਸੇ ਕਰਕੇ ਅਰਦਾਸ ਕਰ ਰਹੇ ਨੇ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ। ਹੇ ਮਾਲਕ, ਕਦੇ ਵੀ ਮੇਰੀਆਂ ਨਜ਼ਰਾਂ ਤੋਂ ਓਹਲੇ ਨਾ ਹੋਵੋ, ਕਦੇ ਵੀ ਮੇਰੀਆਂ ਨਜ਼ਰਾਂ ਤੋਂ ਤੁਸੀਂ ਦੂਰ ਨਾ ਜਾਵੋ। ਭਾਵ ਸਦਾ ਅਸੀਂ ਤੁਹਾਡੇ ਦਰਸ਼ਨ ਕਰਦੇ ਰਹੀਏ। ਤੂੰ ਇੰਨਾ ਸਾਡੇ ਨੇੜੇ ਹੈ ਕਿ ਸਦਾ ਸਾਡੇ ਇਸ ਜੀ ਦੇ, ਸਾਡੀ ਜਿਹੜੀ ਜਿੰਦ ਹੈ, ਇਹਦੇ ਨਾਲ ਤੁਸੀਂ ਵਸਦੇ ਹੋ ਤੇ ਕਿਰਪਾ ਕਰੋ। ਇੰਨਾ ਨੇੜੇ ਵਸਣ ਦੇ ਬਾਵਜੂਦ ਵੀ ਕਈ ਵਾਰ ਮਨੁੱਖ ਨੂੰ ਤੁਸੀਂ ਦਿਖਾਈ ਨਹੀਂ ਦਿੰਦੇ। ਸਦਾ ਹੀ ਸਾਡੀਆਂ ਨਜ਼ਰਾਂ ਦੇ ਵਿੱਚ ਤੁਸੀਂ ਵਸੇ ਰਹੋ। ਸਾਡੀ ਜਿੰਦ ਜਾਨ ਦੇ, ਸਾਡੇ ਇਸ ਜੀਵ ਦੇ, ਭਾਵ ਸਦਾ ਤੁਸੀਂ ਅੰਗ ਸੰਗ ਵਸਦੇ ਰਹੋ। ਸਾਹਿਬ ਨੇ ਦੋ ਨੁਕਤੇ ਸਮਝਾਏ ਨੇ। ਇੱਕ ਤਾਂ ਇਹ ਕਿ ਉਹ ਪ੍ਰਭੂ ਜਿਹੜਾ ਹਰ ਥਾਂ ਤੇ ਹਾਜ਼ਰ ਨਾਜ਼ਰ ਮਨੁੱਖ ਦੇ ਸਦਾ ਅੰਗ ਸੰਗ ਹੈ। ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਜੈ ਜੈ ਪੇਖੋਂ ਤੈ ਹਜੂਰ, ਦੂਰ ਕਤਹੋਂ ਨਾ ਜਾਈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਪਰ ਸਾਡੀ ਅਗਿਆਨਤਾ ਕਰਕੇ ਉਹ ਸਾਨੂੰ ਬਹੁਤ ਦੂਰ ਨਜ਼ਰ ਆਉਂਦਾ ਹੈ। ਇੱਕ ਤਾਂ ਪ੍ਰਭੂ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਹੋਇਆ ਵੇਖਣਾ, ਤੇ ਦੂਸਰਾ ਉਹਦੇ ਅੱਗੇ ਅਰਦਾਸ ਕਰਨੀ ਹੈ ਕਿ ਪ੍ਰਭੂ ਤੁਸੀਂ ਕਦੇ ਸਾਡੀ ਨਜ਼ਰ ਤੋਂ ਓਹਲੇ ਨਾ ਹੋਵੋ। ਜਦੋਂ ਅਸੀਂ ਤੁਹਾਡੇ ਦਰਸ਼ਨ ਕਰੀਏ
ਤੇ ਸੱਚਮੁੱਚ ਸਾਡਾ ਜੀਵਨ ਪਵਿੱਤਰ ਬਣ ਜਾਂਦਾ ਹੈ, ਬੇਐਬ ਬਣ ਜਾਂਦਾ ਹੈ। ਸਾਡੇ ਗੁਨਾਹ, ਸਾਡੇ ਵਿਕਾਰ, ਸਾਡੇ ਦੋਖ ਜਿਹੜੇ ਨੇ ਉਹ ਉਦੋਂ ਦੂਰ ਹੋ ਜਾਂਦੇ ਨੇ, ਕਿਉਂਕਿ ਤੁਹਾਡਾ ਬਿਰਧ ਹੈ, ਜਨ ਕੀ ਪੈਜ ਰੱਖੀ ਕਰਤਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਤੁਸੀਂ ਜਿਹੜੇ ਸਾਡੇ ਵਿਸ਼ੇ ਵਿਕਾਰ ਨੇ, ਦੁਸ਼ਟ ਨੇ, ਦੂਤ ਨੇ, ਉਹਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦਿੰਦੇ ਹੋ। ਹੁਣ ਮਨੁੱਖਾ ਸਰੀਰ ਜਿੱਥੇ ਬਹੁਤ ਦੁਰਲੱਭ ਹੈ, 84 ਲੱਖ ਜੂਨ ਦੀ ਗੱਲ ਕਰ ਲਈਏ, ਜਾਂ ਬਹੁਤ ਜਨਮ ਵਿਛਰੇ ਥੇ ਮਾਧੋ ਦਾ ਸਿਧਾਂਤ ਲੈ ਲਈਏ, ਜਾਂ ਕਈ ਜਨਮ ਪਏ ਕੀਟ ਪਤੰਗਾ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੋਂ ਥਾਵੋਂ ਹਮ ਆਏ। ਭਾਵ ਜਿੰਨਾ ਵੀ ਲੰਮਾ ਸਫ਼ਰ ਅਸੀਂ ਤੈਅ ਕਰਕੇ ਇਸ ਮਨੁੱਖਾ ਜੂਨ ਤੱਕ ਪਹੁੰਚੇ ਹਾਂ, ਇਹ ਗੱਲ ਤਾਂ ਸਾਰੇ ਹੀ ਮੰਨਦੇ ਨੇ ਕਿ ਵੱਡਾ ਭਾਗ ਮਾਨੁਖ ਤਨ ਪਾਵਾ, ਦੁਲੱਭ ਦੇ ਪਾਈ ਵਡਭਾਗੀ। ਬਹੁਤ ਵੱਡੇ ਭਾਗ ਨੇ, ਇਸ ਕਰਕੇ ਆ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ। ਪਰ ਜਿੱਥੇ ਇਹ ਮਨੁੱਖ ਸਰੀਰ ਦੁਰਲੱਭ ਹੈ, ਜਿੱਥੇ ਇਹਦੀ ਬਣਤਰ ਪੰਜਾਂ ਤੱਤਾਂ ਕਰਕੇ ਬਣੀ ਹੈ, ਕਿਉਂਕਿ ਧਰਤੀ, ਆਕਾਸ਼, ਅੱਗ, ਪਾਣੀ ਤੇ ਹਵਾ, ਇਹਦੇ ਜਿਹੜੇ ਗੁਣ ਨੇ ਨਾ, ਉਹ ਪਰਮਾਤਮਾ ਨੇ ਪੰਜਾਂ ਤੱਤਾਂ ਦੇ ਰੂਪ ਵਿੱਚ ਇਸ ਸਰੀਰ ਦੇ ਅੰਦਰ ਟਿਕਾਏ ਨੇ। ਜਿੱਥੇ ਇਹ ਪੰਜਾਂ ਤੱਤਾਂ ਦਾ ਸਰੀਰ, ਇੰਜ ਕਹਿ ਲਈਏ ਕਿ ਸਮੂਹ ਦੇ ਰੂਪ ਵਿੱਚ ਅਸੀਂ ਇਹਨੂੰ ਮਜਬੂਆ ਕਹਿ ਸਕਦੇ ਹਾਂ, ਉੱਥੇ ਇਸ ਸਰੀਰ ਦੇ ਅੰਦਰ ਪਰਮਾਤਮਾ ਨੇ ਜਿੱਥੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਵੀ ਪ੍ਰਧਾਨ ਰੱਖੇ ਨੇ, ਜਿੱਥੇ ਪੰਜ ਕੋਸ਼ ਸਾਡੇ ਸਰੀਰ ਦੇ ਅੰਦਰ ਨੇ, ਉੱਥੇ ਪੰਜ ਵਿਸ਼ੇ ਵਿਕਾਰ, ਪੰਜ ਦੋਖ, ਪੰਜ ਐਬ ਜਿਹੜੇ ਨੇ, ਉਹ ਵੀ ਇਸ ਮਨੁੱਖਾ ਸਰੀਰ ਦੇ ਅੰਦਰ ਟਿਕਾਏ ਹੋਏ ਨੇ। ਕਿਉਂਕਿ ਅਸਲ ਵਿੱਚ ਇਹ ਪੰਜ ਜਜ਼ਬੇ ਸਨ, ਇਹਨਾਂ ਪੰਜਾਂ ਕਰਕੇ ਹੀ ਜੀਵਨ ਚੱਲਦਾ ਹੈ। ਜੇ ਕਾਮ ਨਾ ਹੋਵੇ ਤੇ ਸ੍ਰਿਸ਼ਟੀ ਦੀ ਉਤਪਤੀ ਨਹੀਂ ਹੋ ਸਕਦੀ। ਜੇ ਕ੍ਰੋਧ ਨਾ ਹੋਵੇ ਤੇ ਸਾਡੀ ਜ਼ਿੰਦਗੀ ਵਿੱਚ ਸਵੈਮਾਨ ਕਿਵੇਂ ਆਵੇਗਾ। ਜੇ ਲੋਭ ਨਾ ਹੋਵੇ, ਸੰਚਨ ਦੀ ਬਿਰਤੀ ਨਾ ਹੋਵੇ ਤੇ ਸਾਰੇ ਹੱਥ ਤੇ ਹੱਥ ਰੱਖ ਕੇ ਬੈਠ ਜਾਣ, ਕੋਈ ਵੀ ਕਿਰਤ ਨਾ ਕਰੇ। ਜੀਵਨ ਵਿੱਚ ਮੋਹ ਚਾਹੀਦਾ ਸੀ ਤਾਂ ਕਿ ਸਾਡੇ ਸੰਸਾਰੀ ਰਿਸ਼ਤੇ ਜਿਹੜੇ ਨੇ ਇਹ ਕਾਇਮ ਰਹਿਣ, ਇਹਨਾਂ ਵਿੱਚ ਦਰਾੜ ਨਾ ਪਵੇ। ਹੰਕਾਰ, ਮਾਨੋ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਿਰਣਾ ਲੈ ਸਕੇ ਕਿ ਮੈਂ ਆਹ ਮੰਜ਼ਲ ਸਰ ਕਰ ਸਕਦਾ, ਇਹ ਆਪਣੀ ਜ਼ਿੰਦਗੀ ਵਿੱਚ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚ ਸਕੇ। ਇਹ ਪੰਜੇ ਜਜ਼ਬੇ ਜਿਹੜੇ ਸਨ, ਸਤਿਗੁਰਾਂ ਨੇ, ਅਕਾਲ ਪੁਰਖ ਨੇ ਇਸ ਸਰੀਰ ਵਿੱਚ ਪਾਏ ਨੇ। ਪਰ ਜਦੋਂ ਇਹਨਾਂ ਦੀ ਮਨੁੱਖ ਸਹੀ ਵਰਤੋਂ ਨਹੀਂ ਕਰਦਾ, ਜਿਵੇਂ ਉਦਾਹਰਨ ਸਾਡੇ ਸਾਹਮਣੇ ਹੈ ਕਿ ਗੁੜ ਦੀ ਸਹੀ ਵਰਤੋਂ ਕਰ ਲਈਏ ਤੇ ਮਿੱਠਾ ਹੈ, ਅੰਗੂਰਾਂ ਦੀ ਸਹੀ ਵਰਤੋਂ ਕਰ ਲਈਏ ਤੇ ਉਹਦੇ ਤੋਂ ਜੂਸ ਨਿਕਲਦਾ। ਪਰ ਜੇ ਕਿਤੇ ਗੁੜ ਤੇ ਅੰਗੂਰਾਂ ਦੀ ਗਲਤ ਵਰਤੋਂ ਕਰ ਲਈਏ ਤੇ ਲੋਕੀ ਕਹਿੰਦੇ ਨੇ ਸ਼ਰ ਆਬ, ਉਹਨਾਂ ਤੋਂ ਤਿਆਰ ਹੋਣ ਵਾਲਾ, ਨਿਕਲਣ ਵਾਲਾ ਜਿਹੜਾ ਅਰਕ ਹੈ, ਉਹ ਸ਼ਰਾਰਤ ਦਾ ਪਾਣੀ ਬਣ ਜਾਂਦਾ, ਜਿਹਨੂੰ ਲੋਕੀ ਵਾਈਨ, ਜਿਹਨੂੰ ਲੋਕੀ ਸ਼ਰਾਬ ਕਹਿੰਦੇ ਨੇ। ਕਿਸੇ ਉਰਦੂ ਦੇ ਕਵੀ ਨੇ ਲਿਖਿਆ ਕਿ ਜੋ ਜ਼ਹਿਰੇ ਹਲਾ ਹਲ ਹੈ ਵੋਹੀ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਨੇ ਕੇ। ਕਿ ਅਸਲ ਵਿੱਚ ਜ਼ਹਿਰ ਹੀ ਅੰਮ੍ਰਿਤ ਹੈ, ਅੰਮ੍ਰਿਤ ਹੀ ਜ਼ਹਿਰ ਹੈ। ਇਹ ਮਨੁੱਖ ਦੀ ਬਿਰਤੀ ਤੇ ਨਿਰਭਰ ਕਰਦਾ ਕਿ ਇਹਦੀ ਵਰਤੋਂ ਦਾ ਤਰੀਕਾ ਕਿਹੋ ਜਿਹਾ। ਮੁਸਲਮਾਨ ਵੀਰ ਤਾਂ ਇੱਥੇ ਤੱਕ ਕਹਿੰਦੇ ਨੇ ਕਿ ਅੱਲਾਹ ਤਾਲਾ ਨੇ ਜੋ ਕੁਝ ਵੀ ਪੈਦਾ ਕੀਤਾ ਇਹ ਉਹਦੀ ਨਿਆਮਤ ਹੈ, ਪਰ ਜਦੋਂ ਉਹਦੀ ਅਸੀਂ ਗਲਤ ਵਰਤੋਂ ਕਰਦੇ ਹਾਂ ਤੇ ਹਰ ਨਿਆਮਤ ਸਾਡੀ ਜ਼ਿੰਦਗੀ ਦੇ ਵਿੱਚ ਜ਼ਹਿਮਤ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਪੰਜਾਂ ਨੂੰ ਜਿੱਥੇ ਜਜ਼ਬੇ ਕਿਹਾ, ਇਹਦੀ ਸਹੀ ਵਰਤੋਂ ਬਹੁਤ ਪਰਉਪਕਾਰੀ ਹੈ। ਇੱਥੇ ਤੱਕ ਕਿ ਸਾਡਾ ਜੀਵਨ ਜਦੋਂ ਸਤਿਗੁਰਾਂ ਨੇ ਸੰਗੀਤਮਈ, ਰਾਗਮਈ ਦੱਸਿਆ ਤੇ ਦਿੱਤੀ ਹੈ ਕਿ ਪੰਚ ਬਚਿੱਤਰਾ ਕਰੇ ਸੰਤੋਖਾ, ਸਾਤ ਸੁਰਾਂ ਲੈ ਚਾਲੇ। ਹਾਰਮੋਨੀਅਮ ਦੇ ਵਿੱਚ ਜਿਵੇਂ 7 ਸੁਰਾਂ ਹੁੰਦੀਆਂ ਨੇ, ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ ਤੇ ਤ੍ਰਿਸ਼ਨਾ, ਇਹ 7 ਸੁਰਾਂ ਨੇ ਮਨੁੱਖ ਦੇ ਜੀਵਨ ਵਿੱਚ। ਤੇ ਜੇ ਸੁਰ ਸਹੀ ਲੱਗੇ ਤੇ ਵੇਖੋ ਸੰਗੀਤ ਉਤਪਨ ਹੁੰਦਾ। ਤੇ ਜੇ ਕਿਤੇ ਮਨੁੱਖ
ਬੇਸੁਰਾ ਹੋ ਜਾਵੇ ਤੇ ਗੱਲ ਨਹੀਂ ਬਣਦੀ। ਭਾਵ ਇਹਨਾਂ ਪੰਜਾਂ ਨੂੰ ਜਜ਼ਬੇ ਬਣਾਉਣਾ, ਇਹਨਾਂ ਨੂੰ ਵਿਕਾਰ ਨਹੀਂ ਬਣ ਦੇਣਾ। ਪਰ ਜਦੋਂ ਇਹ ਵਿਕਾਰਾਂ ਦਾ ਰੂਪ ਧਾਰਨ ਕਰਦੇ ਨੇ ਤੇ ਸੰਸਾਰ ਵਿੱਚ ਇਹਨਾਂ ਕਰਕੇ ਬਹੁਤ ਸਾਰਾ ਨੁਕਸਾਨ ਹੋਇਆ। ਮਨੁੱਖ ਇਨਸਾਨ ਤੋਂ ਹੈਵਾਨ ਬਣ ਜਾਂਦਾ ਹੈ। ਸਾਹਿਬ ਨੇ ਬਚਨ ਕਹੇ ਕਿ ਅਸਲ ਵਿੱਚ ਇਸ ਦੇਹੀ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਇਹ ਕਦੋਂ ਵਸ ਵਿੱਚ ਆਉਂਦੇ ਨੇ? ਜਦੋਂ ਕਰਤਾ ਪੁਰਖ ਵਾਹਿਗੁਰੂ ਸਾਡੇ ਜੀਵਨ ਦਾ ਅੰਗ ਬਣ ਜਾਵੇ। ਕਿਉਂਕਿ ਬਾਣੀ ਵਿੱਚ ਇਸ ਤਬਦੀਲੀ ਦਾ ਜ਼ਿਕਰ ਕੀਤਾ ਗਿਆ ਕਿ ਜਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਹਿਰਦੇ ਘਰ ਵਿੱਚ ਨਹੀਂ ਆਇਆ, ਪ੍ਰਗਟ ਨਹੀਂ ਹੋਇਆ, ਉਦੋਂ ਤੱਕ ਹਿਰਦੇ ਘਰ ਵਿੱਚ ਪੰਜ ਵਿਕਾਰ ਬੈਠੇ ਸਨ। ਤੇ ਜਦੋਂ ਘਰ ਦਾ ਮਾਲਕ ਕਰਤਾ ਪੁਰਖ ਵਾਹਿਗੁਰੂ ਘਰ ਆ ਗਿਆ ਤੇ ਫਿਰ ਕੀ ਹੋਇਆ? ਕਹਿੰਦੇ ਕਾਲੀ ਝੰਡੀ ਲੈ ਕੇ ਪ੍ਰੋਟੈਸਟ ਕੀਤਾ, ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ। ਕਹਿੰਦੇ ਘਰ ਦਾ ਮਾਲਕ ਕਰਤਾ ਘਰ ਆ ਗਿਆ। ਆਪਾਂ ਆਪਣਾ ਘਰ ਛੱਡ ਕੇ ਕਿਤੇ ਚਲੇ ਜਾਈਏ ਤੇ ਘਰ ਦੇ ਵਿੱਚ ਵੇਖੋ ਪੰਛੀ ਆਲਣੇ ਪਾ ਲੈਂਦੇ ਨੇ, ਕਈ ਤਰ੍ਹਾਂ ਦੇ ਹੋਰ ਕੀੜੇ ਮਕੌੜੇ ਘਰ ਵਿੱਚ ਪੈਦਾ ਹੋ ਜਾਂਦੇ ਨੇ। ਪਰ ਜਦੋਂ ਘਰੋਂ ਗਿਆ ਬੰਦਾ ਵਾਪਸ ਘਰ ਆਉਂਦਾ ਹੈ ਤੇ ਘਰ ਦਾ ਮਾਲਕ ਸਭ ਤੋਂ ਪਹਿਲਾਂ ਆ ਕੇ ਘਰ ਦੀ ਸਫਾਈ ਕਰਦਾ ਹੈ। ਇੰਜ ਕਹਿ ਲਈਏ ਕਿ ਜਦੋਂ ਸਾਡੇ ਮਾਲਕ ਪਰਮਾਤਮਾ ਸਾਡੇ ਹਿਰਦੇ ਘਰ ਵਿੱਚ ਆ ਜਾਵੇਗਾ, ਇਹ ਜਿਹੜੇ ਵਕਾਰ ਨੇ, ਦੁਸ਼ਟ ਨੇ, ਦੂਤ ਨੇ, ਇਹ ਆਪਣੇ ਆਪ ਹੀ ਭੱਜ ਜਾਣੇ। ਹੁਣ ਕਈ ਵਾਰ ਮਨੁੱਖ ਸੋਚਦਾ ਹੈ ਵੀ ਜੇ ਕਿਤੇ ਜ਼ਿੰਦਗੀ ਦੇ ਵਿੱਚ ਮੈਂ ਥੋੜਾ ਜਿਹਾ ਗੁਨਾਹ ਕਰ ਲਵਾਂ, ਥੋੜੇ ਜਿਹੇ ਔਗਣ, ਥੋੜੇ ਜਿਹੇ ਦੋਖ ਐਬ ਮੇਰੀ ਜ਼ਿੰਦਗੀ ਵਿੱਚ ਆ ਜਾਣ। ਆ ਜਦੋਂ ਨਸ਼ਿਆਂ ਦੇ ਵਿੱਚ ਵੀ ਪ੍ਰੇਰਨਾ ਕਰੀਦੀ ਹੈ ਤੇ ਕਈ ਕਹਿੰਦੇ ਨੇ ਜੀ ਜੇ ਥੋੜੀ ਬਹੁਤੀ ਕਿਤੇ ਜੀਵਨ ਵਿੱਚ ਕੋਈ ਪੀ ਵੀ ਲਵੇ, ਨਸ਼ੇ ਖਾ ਵੀ ਲਵੇ ਤੇ ਕੀ ਫਰਕ ਪੈਂਦਾ। ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਕਿ ਇਹ ਜਿਹੜੇ ਵਿਕਾਰ ਨੇ ਜਾਂ ਜਿਹੜੇ ਦੋਖ ਨੇ, ਇਹ ਰੰਚਕ ਮਾਤਰ ਵੀ, ਰਾਈ ਮਾਤਰ ਵੀ ਸਾਡੀ ਜ਼ਿੰਦਗੀ ਵਿੱਚ ਆ ਜਾਣ ਤੇ ਸਾਡੀ ਜ਼ਿੰਦਗੀ ਦਾ ਕਿੰਨਾ ਕੀਮਤੀ ਸਰਮਾਇਆ ਜਿਹੜਾ ਉਹ ਅਸੀਂ ਗਵਾ ਲੈਂਦੇ ਹਾਂ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਆ ਜਿਹੜਾ ਮਨੁੱਖਾ ਸਰੀਰ ਹੈ, ਵੇਖੋ ਇਹਨੂੰ ਅਸੀਂ ਕਈ ਤਰ੍ਹਾਂ ਦਾ ਅੰਨ, ਕਈ ਤਰ੍ਹਾਂ ਦਾ ਭੋਜਨ, ਇੱਥੇ ਤੱਕ ਕਿ ਦੁੱਧ ਦਹੀਂ ਵਧੀਆ ਖੁਰਾਕ ਖਾ ਕੇ ਮਨੁੱਖ ਇਸ ਸਰੀਰ ਦੀ ਪ੍ਰਤਪਾਲਣਾ ਕਰਦਾ ਹੈ। ਪ੍ਰਤਪਾਲਣਾ ਕਰਦਿਆਂ ਤੇ ਲੰਘ ਗਏ 20 ਸਾਲ, 40 ਸਾਲ, 60 ਸਾਲ। ਪਰ ਜੇ ਕਿਤੇ ਕੋਈ ਮਨੁੱਖ ਕਵੇ ਵੀ ਮੈਂ ਵੇਖੋ ਰੋਜ਼ ਦੁੱਧ ਪੀਣਾ, ਰੋਜ਼ ਮੈਂ ਦਹੀਂ ਖਾਣਾ, ਰੋਜ਼ ਮੈਂ ਖੁਰਾਕ ਖਾਣਾ, ਜੇ ਇੱਕ ਦਿਨ ਥੋੜੀ ਜੀ ਚੁਟਕੀ ਭਰ ਮੈਂ ਜ਼ਹਿਰ ਖਾ ਲਵਾਂ ਤੇ ਕੀ ਫਰਕ ਪਵੇਗਾ। ਭਾਈ ਗੁਰਦਾਸ ਜੀ ਕਹਿੰਦੇ ਜਿਸ ਦੇਹੀ ਨੂੰ ਪਾਲਦਿਆਂ ਕਈ ਸਾਲ ਲੱਗ ਗਏ, ਉਸ ਦੇਹੀ ਦੇ ਅੰਦਰ ਜੇ ਕਿਤੇ ਰਤੀ ਭਰ, ਚੁਟਕੀ ਭਰ ਵੀ ਜ਼ਹਿਰ ਚਲੀ ਜਾਵੇ ਤੇ ਮਿਹਨਤ ਨਾਲ ਸਾਲਾਂ ਦੀ ਪਾਲੀ ਹੋਈ ਇਹ ਦੇਹੀ ਜਿਹੜੀ ਆ ਉਹਦਾ ਵਿਨਾਸ਼ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜੈਸੇ ਬਿਖ ਤਨਕ ਹੀ ਖਾਤ ਮਰ ਜਾਤ ਤਾਤ। ਤਾਤ ਦਾ ਅਰਥ ਹੈ ਤਤਕਾਲ, ਤੁਰੰਤ। ਭਾਵ ਥੋੜੀ ਜੀ ਤਨਕ ਭਰ ਬਿਖ ਜ਼ਹਿਰ ਖਾ ਲਈਏ ਤੇ ਮਨੁੱਖ ਤੁਰੰਤ ਹੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਂਦਾ ਹੈ। ਗੁਰਬਾਣੀ ਦੇ ਵੀ ਬਚਨ ਨੇ ਵਿਸ ਖਾਦੀ ਤਤਕਾਲ ਮਰ ਜਾਏ। ਤੇ ਤਤਕਾਲ ਦਾ ਅਰਥ ਤੁਸੀਂ ਸਮਝਦੇ ਹੋ ਕਿ ਜਦੋਂ ਕੋਈ ਇੱਕਦਮ ਆਪਾਂ ਕੰਮ ਕਰਦੇ ਹਾਂ, ਇਮੀਡੀਏਟ, ਭਾਵ ਤੁਰੰਤ, ਜਿਹਨੂੰ ਕੋਈ ਦੇਰੀ ਨਹੀਂ ਲੱਗਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ ਕਿ ਜੈਸੇ ਬਿਖ ਤਨਕ ਹੀ ਖਾਤ ਮਰ ਜਾਤ ਤਾਤ, ਗਾਤ ਮਰ ਜਾਤ ਪ੍ਰਤਪਾਲੀ ਬਰਖਨ ਕੀ। ਗਾਤ ਦਾ ਅਰਥ ਹੈ ਸਰੀਰ। ਗੁਰਬਾਣੀ ਵਿੱਚ ਗਗਨ ਗਾਥ ਵੀ ਵਰਤਿਆ ਕਿ ਪਰਮਾਤਮਾ ਨੇ ਇਹ ਸਰੀਰ ਜਿਹੜਾ ਤੈਨੂੰ ਦਿੱਤਾ ਹੈ, ਪਰ ਤੂੰ ਵੇਖ ਵਾਹੂ ਸਿਓ ਲੁਬੜਿਓ, ਇਹਦੇ ਨਾਲ ਤੂੰ ਚਿੰਬੜਿਆ ਪਿਆ, ਕਦੇ ਸਰੀਰ ਦੇਣ ਵਾਲੇ ਮਾਲਕ ਨਾਲ ਜੁੜਨ ਦਾ ਯਤਨ ਨਹੀਂ ਕੀਤਾ। ਤੇ ਭਾਈ ਗੁਰਦਾਸ ਜੀ ਨੇ ਸ਼ਬਦ ਕੰਨਾਂ ਤੇ ਤੱਤਾ ਗਾਤ, ਕਹਿੰਦੇ ਤਤਕਾਲ ਹੀ ਇਹ ਸਾਲਾਂ ਦੀ ਪਾਲੀ ਹੋਈ ਦੇਹੀ ਜਿਹੜਾ ਸਰੀਰ ਹੈ,
ਇਹ ਵੇਖੋ ਖਤਮ ਹੋ ਜਾਂਦਾ ਹੈ, ਵਿਨਾਸ਼ ਹੋ ਜਾਂਦਾ ਹੈ ਜੇ ਥੋੜੀ ਜੀ ਜ਼ਹਿਰ ਖਾ ਲਈਏ। ਦੂਸਰਾ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ ਨੇ ਕਿ ਤੁਸੀਂ ਆਪਣੇ ਘਰਾਂ ਵਿੱਚ ਮੱਝਾਂ ਰੱਖਦੇ ਹੋ, ਉਹਨਾਂ ਨੂੰ ਹਰਿਆ ਹਰਿਆ ਘਾਹ ਪਾਉਂਦੇ ਹੋ, ਕਈ ਤਰ੍ਹਾਂ ਦੀ ਫੀਡ ਖੁਰਾਕ। ਇੱਕੋ ਹੀ ਮਨੋਰਥ ਹੁੰਦਾ ਹੈ ਕਿ ਇਹਨਾਂ ਮੱਝਾਂ ਨੂੰ, ਗਾਵਾਂ ਨੂੰ ਚੋ ਕੇ ਅਸੀਂ ਅੰਮ੍ਰਿਤ ਵਰਗਾ ਦੁੱਧ ਜਿਹੜਾ ਹੈ ਉਹਦੇ ਨਾਲ ਆਪਣੇ ਘਰ ਦੇ ਜਿਹੜੇ ਬਰਤਨ ਨੇ ਉਹ ਭਰ ਲੈਣੇ ਨੇ। ਕਿ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਸੁੱਕਾ ਘਾਹ ਖਾ ਕੇ ਵੀ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ ਪਸ਼ੂ, ਉਹਨਾਂ ਵਿੱਚ ਇਹ ਗੁਣ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਅੰਮ੍ਰਿਤ ਵਰਗਾ ਦੁੱਧ ਚੋ ਕੇ ਕਿਸੇ ਭਾਂਡੇ ਵਿੱਚ ਪਾਇਆ ਹੋਵੇ, ਤੁਸੀਂ ਕਹੋ ਵੀ ਦੁੱਧ ਤਾਂ 10 ਕਿਲੋ ਹੈ, 50 ਕਿਲੋ ਹੈ, ਦੁੱਧ ਤਾਂ ਕੁਇੰਟਲ ਹੈ, ਇਹਦੇ ਵਿੱਚ ਮੈਂ ਇੱਕ ਬੂੰਦ ਕਾਂਜੀ ਦੀ ਪਾ ਦੇਵਾਂ ਤੇ ਕੀ ਫਰਕ ਪਵੇਗਾ? ਭਾਈ ਗੁਰਦਾਸ ਜੀ ਕਹਿੰਦੇ ਉਸ ਮਣਾ ਮੂਹੀ ਕੁਇੰਟਲ ਵੀ ਜਿਹਦੀ ਆਪਾਂ ਭਾਰ ਦੇ ਰੂਪ ਵਿੱਚ ਕੁਆਂਟੀਟੀ ਵੇਖਦੇ ਹਾਂ, ਜੇ ਇੱਕ ਰੰਚਕ ਮਾਤਰ ਨਿੱਕੀ ਜੀ ਬੂੰਦ ਕਾਂਜੀ ਦੀ ਪੈ ਜਾਵੇ ਤੇ ਕਿੰਨੀ ਮਿਹਨਤ ਨਾਲ ਚੋਇਆ ਹੋਇਆ ਦੁੱਧ ਇੱਕ ਖਿੰਨ ਦੇ ਵਿੱਚ ਹੀ ਫੁੱਟ ਜਾਂਦਾ, ਉਹ ਪੀਣ ਦੇ ਤੇ ਵਰਤਨ ਦੇ ਯੋਗ ਨਹੀਂ ਰਹਿੰਦਾ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ ਮੈਖੀ ਦੁਹਾਏ। ਮੈਖੀ ਦਾ ਅਰਥ ਹੈ ਮੱਝਾਂ ਗਾਵਾਂ ਤੇ ਦੁਹਾਏ ਦਾ ਅਰਥ ਹੁੰਦਾ ਹੈ ਚੋਣਾ। ਮੈਖੀ ਦੁਹਾਏ दूध राखिया भांजन भर, परत कांजी की बूंद बाद नरखान की। एक निकी जी कांजी दी बूंद जिहड़ी आ वो पै जावे ते दुध वरतन योग नहीं रहिंदा। तीसरा दृष्टांत दिता भाई गुरदास जी ने, कहंदे वेखो एक रूह जिहड़ा जिक्र कल भी दास ने कीता सी कि चादर बनन वास्ते किन्नी मेहनत करनी पई।